ਪੰਜਾਬੀ ਨੈਸ਼ਨਲ ਟੈਲੀਵਿਜ਼ਨ ਨਾਲ ਦੇਸ਼ ਵਿਦੇਸ਼ ਤੋਂ ਜੁੜੇ ਸਾਰੇ ਹੀ ਦਰਸ਼ਕਾਂ ਦਾ ਐਡਮਿੰਟਨ ਸ਼ਹਿਰ ਤੋਂ ਸਵਾਗਤ। ਜੀ ਆਇਆਂ ਨੂੰ, ਖੁਸ਼ ਆਮਦੀਦ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਸਭਨਾਂ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਪ੍ਰੋਗਰਾਮ ਐਡਮਿੰਟਨ ਡਾਇਰੀ ਵਿੱਚ ਆਪ ਸਭਨਾਂ ਦਾ ਸਵਾਗਤ ਹੈ ਜੀ। ਦੋਸਤੋ, ਕੈਨੇਡਾ ਦੇ ਵਿੱਚ ਫਿਸਕਲ ਈਅਰ ਐਂਡ ਹੋਣ ਵਾਲਾ ਹੈ ਔਰ ਕੈਨੇਡੀਅਨਸ ਜਿਹੜੇ ਨੇ ਨਵੰਬਰ ਦਸੰਬਰ ਦੇ ਮਹੀਨੇ ਦੇ ਵਿੱਚ ਆਪਣੀ ਟੈਕਸ ਪਲੈਨਿੰਗ ਦੇ ਵਿੱਚ ਰੁੱਝ ਜਾਂਦੇ ਹਨ। ਇਸੇ ਕਰਕੇ ਅੱਜ ਅਸੀਂ ਆਪਣੇ ਸਟੂਡੀਓ ਦੇ ਵਿੱਚ ਐਡਮਿੰਟਨ ਸ਼ਹਿਰ ਤੋਂ ਟੈਕਸੇਸ਼ਨ ਐਕਸਪਰਟ AK ਤ੍ਰਿਹਨ ਐਂਡ ਕੰਪਨੀ ਤੋਂ ਮਮਤਾ ਜੀ ਨੂੰ ਬੁਲਾਇਆ ਹੈ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਮਨਜੀਤ ਜੀ, ਥੈਂਕ ਯੂ ਸੋ ਮਚ। ਤੁਸੀਂ ਮੈਨੂੰ ਆਪਣੀ ਸੁਸਾਇਟੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਸੋ ਹੈਲੋ ਟੂ ਐਵਰੀਬਡੀ ਫਰੋਮ ਮੀ ਐਂਡ ਫਰੋਮ ਮਾਈ ਕੰਪਨੀ। ਨਹੀਂ, ਵਾਕਿਆ ਜੀ ਤੁਹਾਡਾ ਜਿਹੜਾ ਕਾਰੋਬਾਰ ਆ ਜਾਂ ਤੁਹਾਡਾ ਜਿਹੜਾ ਕੰਮ ਆ, ਇਹ ਇੱਕ ਤਰੀਕੇ ਨਾਲ ਜਿੱਦਾਂ ਆਪਾਂ ਪੰਜਾਬੀ 'ਚ ਕਹਿੰਦੇ ਨਾ, ਪੁੰਨ ਨਾਲੇ ਫਲੀਆਂ, ਕਿ ਤੁਸੀਂ ਲੋਕਾਂ ਦੀ ਹੈਲਪ ਵੀ ਕਰਦੇ ਜੇ ਟੈਕਸੇਸ਼ਨ ਦੇ ਥਰੂ, ਉਹਨਾਂ ਨੂੰ ਪ੍ਰੋਪਰ ਇਨਫੋਰਮੇਸ਼ਨ ਵੀ ਦਿੰਦੇ ਜੇ। ਔਰ ਖਾਸ ਕਰਕੇ ਅਗਰ ਤੁਹਾਡੀ ਗੱਲ ਕੀਤੀ ਜਾਵੇ ਤਾਂ ਮੈਂ ਦੇਖਦਾ ਵੀ ਸੋਸ਼ਲ ਮੀਡੀਆ ਦੇ ਥਰੂ ਵੀ ਤੁਸੀਂ ਜਿਹੜੇ ਸਾਡੇ ਐਡਮਿੰਟੋਨੀਅਨਸ ਨੇ ਜਾਂ ਅਲਬਰਟਨਸ ਨੇ, ਇਹਨਾਂ ਨੂੰ ਤੁਸੀਂ ਟੈਕਸੇਸ਼ਨ ਨਾਲ ਰਿਲੇਟਡ ਕਾਫੀ ਜਾਣਕਾਰੀ ਦਿੰਦੇ ਰਹਿੰਦੇ ਜੇ। ਔਰ ਵਾਕਈ ਇਹ ਬਹੁਤ ਵਧੀਆ ਸ਼ਲਾਘਾਯੋਗ ਕੰਮ ਹੈ ਤੁਹਾਡਾ। ਹਾਂਜੀ, ਸੋ ਇਹ ਕਹ ਲਓ ਮੇਰੀ ਨੇਚਰ ਹੈ। ਆਈ ਟਰਾਈ ਟੂ ਹੈਲਪ ਜਿੱਥੇ ਵੀ ਜਿਹਦੀ ਵੀ ਹੈਲਪ ਹੋ ਸਕਦੀ ਹੈ। ਦੈਟਸ ਵੰਡਰਫੁਲ। ਸੋ ਜੋ ਵੀ ਗਵਰਨਮੈਂਟ ਦੀਆਂ ਗਵਰਨਮੈਂਟ ਸਕੀਮਸ ਆਈਆਂ ਹੈਗੀਆਂ, ਗਵਰਨਮੈਂਟ ਫੰਡਿੰਗਸ, ਜੋ ਵੀ ਇਨਫੋਰਮੇਸ਼ਨ ਹੈ, ਸੋ ਆਈ ਇਨਫੋਰਮ ਮਾਈ ਕਲਾਇੰਟਸ whoever known to me time to time, so ਸਾਰੀਆਂ ਐਪਲੀਕੇਸ਼ਨਸ ਦਾ ਬੈਨੀਫਿਟ ਲੈ ਸਕਦੇ। ਬਿਲਕੁਲ ਜੀ। ਟਾਈਮ ਟੂ ਟਾਈਮ ਜਿਵੇਂ ਕੋਵਿਡ ਸੀਗਾ, ਕੋਵਿਡ ਦੀ ਸਿਚੁਏਸ਼ਨ ਦੇ ਵਿੱਚ ਗਵਰਨਮੈਂਟ ਆਫ ਕੈਨੇਡਾ ਨੇ ਇੰਡੀਵਿਜੂਅਲਸ ਨੂੰ, ਇੰਪਲੋਈਜ਼ ਨੂੰ, ਸੈਲਫ ਇੰਪਲੋਇਡਸ ਨੂੰ, ਬਿਜ਼ਨਸਮੈਨ ਨੂੰ, ਹਰੇਕ ਜਿਹੜਾ ਵਰਗ ਆ ਸੋਸਾਇਟੀ ਦਾ, ਸਟੂਡੈਂਟਸ ਈਵਨ, ਸਾਰਿਆਂ ਦੀ ਹੈਲਪ ਕੀਤੀ। ਔਰ ਉਸ ਦੌਰਾਨ ਤੁਸੀਂ ਜਿਹੜੀ ਜਾਣਕਾਰੀ ਸੀ ਲੋਕਾਂ ਤੱਕ ਪਹੁੰਚਾਉਂਦੇ ਰਹੇ। ਅਸੀਂ ਗੱਲਬਾਤ ਕਰਦੇ ਹਾਂ ਅੱਜ ਦੀ ਸ਼ੁਰੂ ਜੀ ਕਿ ਅੱਜ ਕਿਹੜਾ ਪ੍ਰੋਡਕਟ ਆ ਜਿਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਖਾਸ ਜਿਹੜੀ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦੇ? ਹਾਂਜੀ ਮਨਜੀਤ ਜੀ, ਮੈਂ ਦੇਖਿਆ ਜਦੋਂ ਵੀ ਟੈਕਸ ਸੀਜ਼ਨ ਹੁੰਦਾ, ਮੇਰੇ ਕੋਲ ਬਹੁਤ ਸਾਰੇ ਕਲਾਇੰਟ ਜਦੋਂ ਪੇਪਰ ਲੈ ਕੇ ਆਉਂਦੇ ਆ ਤਾਂ ਉਹਦੇ 'ਚ ਮੈਂ ਨੋਟਿਸ ਕੀਤਾ ਵੀ ਉਹਨਾਂ ਨੂੰ ਸ਼ਾਇਦ ਉਸ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ, ਬਟ ਜਸਟ ਲੈਕ ਆਫ ਅਵੇਅਰਨੈਸ। ਬਿਲਕੁਲ। ਉਹ ਇਟ ਸੀਮਸ ਟੂ ਮੀ ਕਿ ਉਹ ਮਨੀ ਵੇਸਟ ਕਰ ਰਹੇ ਆਪਣੀ। ਬਿਲਕੁਲ। ਸੋ ਉਹ ਹੈਗੀ RRSP। ਸਾਰੇ ਲੋਕ ਕੰਟਰੀਬਿਊਟ ਕਰਨਾ ਚਾਹੁੰਦੇ, ਪਰ ਮੈਂ ਦੇਖਿਆ ਉਹਨਾਂ ਨੂੰ ਉਹਦਾ ਐਗਜ਼ੈਕਟ ਮੀਨਿੰਗ ਨਹੀਂ ਪਤਾ ਹੈਗਾ ਕਿ ਉਹਦਾ ਉਹਨਾਂ ਨੂੰ ਬੈਨੀਫਿਟ ਹੋ ਰਿਹਾ ਕਿ ਨਹੀਂ ਹੋ ਰਿਹਾ। ਸੋ ਇਸ ਕਰਕੇ ਆਈ ਵੁੱਡ ਲਾਈਕ ਕਿ ਅੱਜ ਅਸੀਂ RRSP ਡਿਸਕਸ ਕਰੀਏ ਥੋੜੀ ਜੀ। ਨਹੀਂ, ਬਿਲਕੁਲ ਜੀ। ਤੁਸੀਂ ਬਹੁਤ ਮਤਲਬ ਤੁਸੀਂ ਬਹੁਤ ਵਧੀਆ ਗੱਲਬਾਤ ਕਰ ਰਹੇ ਜੇ ਕਿ ਕਿਉਂਕਿ ਕਈ ਵਾਰੀ ਹੁੰਦਾ ਕਿ ਇਨਫੋਰਮੇਸ਼ਨ ਦੀ ਪ੍ਰੋਪਰ ਨਾ ਲੋਕਾਂ ਤੱਕ ਪਹੁੰਚ ਨਹੀਂ ਹੁੰਦੀ, ਔਰ ਅਸੀਂ ਕਈ ਵਾਰੀ ਗਲਤ ਜਿਹੜੇ ਫੰਡਸ ਹੁੰਦੇ ਨੇ ਜਾਂ ਗਲਤ ਜਿਹੜੇ ਅਕਾਊਂਟਸ ਹੁੰਦੇ ਉਹਦੇ ਵਿੱਚ ਅਸੀਂ ਇਨਵੈਸਟਮੈਂਟ ਕਰ ਬੈਠਦੇ ਹਾਂ। ਹਾਂਜੀ, ਬਿਲਕੁਲ ਸਹੀ। ਸੋ ਇਹਦਾ ਮਕਸਦ ਵੀ ਇਹੀ ਹੈ ਕਿ ਲੋਕਾਂ ਤੱਕ ਜਿਹੜੇ ਆਪਣੇ ਐਡਮਿੰਟਨ ਸ਼ਹਿਰ ਦੇ ਵਾਸੀ ਨੇ ਜਾਂ ਅਲਬਰਟਨਸ ਨੇ, ਉਹਨਾਂ ਨੂੰ ਅਸੀਂ RRSP ਜਾਂ ਜਿਹੜੇ ਹੋਰ ਗਵਰਨਮੈਂਟ ਪਲਾਨਸ ਨੇ ਉਹਨਾਂ ਬਾਰੇ ਜਿਹੜੀ ਜਾਣਕਾਰੀ ਦੇਈਏ, ਔਰ ਉਹ ਇੱਕ ਵਧੀਆ ਡਿਸੀਜਨ ਲੈ ਸਕਣ ਕਿ ਉਹਨਾਂ ਦੀ ਜਿਹੜੀ ਹਾਰਡ ਐਂਡ ਮਨੀ ਆ ਉਹ ਕਿੱਥੇ ਇਨਵੈਸਟ ਕਰਨ ਤਾਂ ਕਿ ਉਹਦਾ ਜਿਹੜਾ ਬੈਨੀਫਿਟ ਆ ਉਹਨਾਂ ਨੂੰ ਮਿਲ ਸਕੇ। ਸੋ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਜੀ ਕਿ RRSP ਹੈ ਕੀ ਹੈ। ਪਹਿਲਾਂ RRSP ਗਵਰਨਮੈਂਟ ਵੱਲੋਂ ਸ਼ੁਰੂ ਕੀਤਾ ਸੀ 1957 'ਚ। ਠੀਕ ਹੈ ਜੀ। ਸੋ ਇਟਸ ਅ ਰਿਟਾਇਰਮੈਂਟ ਰਜਿਸਟਰਡ ਪਲਾਨ। ਸੋ ਤੁਸੀਂ ਆਪਣੀ ਮਨੀ ਵਿੱਚ ਕੰਟਰੀਬਿਊਟ ਕਰ ਸਕਦੇ ਆ ਹਰ ਸਾਲ। ਇਟਸ ਸਮਥਿੰਗ ਬੇਸਡ ਔਨ ਦਾ ਇਨਕਮ। ਠੀਕ ਹੈ ਜੀ। ਸੋ ਇਟਸ ਅ ਕਾਈਂਡ ਆਫ ਸੇਵਿੰਗ ਜਿਹੜੀ ਤੁਹਾਡੀ ਰਿਟਾਇਰਮੈਂਟ 'ਚ ਕੰਮ ਆ ਸਕਦੀ ਆ। ਤੁਸੀਂ ਇਹਨੂੰ ਪਹਿਲਾਂ ਵੀ ਵਿਡਰੋ ਕਰ ਸਕਦੇ ਆ, ਤੁਸੀਂ ਇਹਨੂੰ ਯੂਜ਼ ਕਰ ਸਕਦੇ ਆ, ਤੁਸੀਂ ਫਸਟ ਟਾਈਮ ਹੋਮ ਬਾਇਰ 'ਚ ਯੂਜ਼ ਕਰ ਸਕਦੇ ਆ। ਸੋ ਇਟਸ ਨੋਟ ਕਿ ਇਹ ਤੁਸੀਂ ਕੰਟਰੀਬਿਊਟ ਕਰਤਾ ਤੇ ਮਨੀ ਤੁਹਾਡੀ ਬਾਉਂਡ ਹੋ ਗਈ। ਸੋ ਤੁਸੀਂ ਇਹਨੂੰ ਕਦੀ ਵੀ ਯੂਜ਼ ਕਰ ਸਕਦੇ ਆ। ਇਟਸ ਕਾਈਂਡ ਆਫ ਡੈਫਰਲ ਆਫ ਟੈਕਸ ਪਲੈਨਿੰਗ ਟੂ। ਠੀਕ ਹੈ ਜੀ। ਕਹਿਣ ਦਾ ਮਤਲਬ ਵੀ ਤੁਸੀਂ ਜਿਹੜਾ ਹਰ ਸਾਲ ਇਹਦੇ ਵਿੱਚ ਕੰਟਰੀਬਿਊਟ ਕਰੋਗੇ, ਉਹਦੇ ਨਾਲ ਤੁਹਾਨੂੰ ਟੈਕਸ ਦੀ ਕਿਤੇ ਨਾ ਕਿਤੇ ਕੋਈ ਬਚਤ ਹੋ ਸਕਦੀ ਹੈ। ਟੈਕਸ ਦੀ ਕਿਤੇ ਨਾ ਕਿਤੇ ਬਚਤ ਹੋਏਗੀ। ਉਹ ਬਿਲਕੁਲ ਉਹ ਡਿਪੈਂਡ ਕਰਦਾ ਤੁਹਾਡੀ ਇਨਕਮ ਕਿੰਨੀ ਹੈ। ਠੀਕ ਹੈ ਜੀ। ਤੁਸੀਂ ਕਿਸ ਇਨਕਮ ਸਲੈਬ ਤੇ ਹੈਗੇ ਆ। ਇਸ ਬਾਰੇ ਵੀ ਆਪਾਂ ਬਾਅਦ ਵਿੱਚ ਗੱਲ ਕਰਾਂਗੇ। ਹਾਂਜੀ, ਬਿਲਕੁਲ ਕਰਾਂਗੇ। ਤੇ ਮੇਰਾ ਅਗਲਾ ਸਵਾਲ ਹੈ ਜੀ ਕਿ ਜਿਹੜੀ ਇਹ RRSP ਆ, ਇਹਨੂੰ ਓਪਨ ਕਰਨ ਦਾ ਜਾਂ ਅਕਾਊਂਟ ਖੁਲਾਉਣ ਦਾ ਕੀ ਤਰੀਕਾ ਵਾ, ਕਿਵੇਂ ਖੁਲਾ ਸਕਦੇ ਆ ਸਾਡੇ ਦਰਸ਼ਕ ਅਗਰ ਉਹ ਖੁਲਾਉਣਾ ਚਾਹੁੰਦੇ? ਹਾਂਜੀ, ਸੋ RRSP ਜਿਹੜੀ ਆ ਉਹ ਕਿਸੇ ਵੀ ਬੈਂਕ 'ਚ ਜਾ ਕੇ ਤੁਸੀਂ ਓਪਨ ਕਰ ਸਕਦੇ ਆ, ਕਿਸੇ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ 'ਚ, ਟਰਸਟ, ਕੋਈ ਇੰਸ਼ੋਰੈਂਸ ਕੰਪਨੀ ਨੂੰ ਓਪਨ ਕਰ ਸਕਦੀ ਆ। ਠੀਕ ਹੈ ਜੀ। ਸੋ ਜਿੱਥੇ ਵੀ ਤੁਹਾਡਾ ਆਪਣਾ ਬੈਂਕ ਅਕਾਊਂਟ ਚੱਲ ਰਿਹਾ, ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਆ। ਔਰ ਜਿਹੜੀ ਇਹ RRSP ਹੁੰਦੀ ਆ,
ਇਹਨੂੰ ਓਪਨ ਅਕਾਊਂਟ ਕਰਨ ਦੇ ਲਈ ਕੋਈ ਏਜ ਲਿਮਿਟ ਜਾਂ ਕੌਣ ਇਸ ਨੂੰ ਓਪਨ ਕਰਾ ਸਕਦਾ ਹੈ ਜੀ? ਹਾਂਜੀ, ਏਜ ਲਿਮਿਟ ਸਟਾਰਟਿੰਗ ਦੀ ਏਜ ਲਿਮਿਟ ਮਾਈਨਰ ਵੀ ਇਹਨੂੰ ਓਪਨ ਕਰ ਸਕਦੇ ਹੈਗੇ। ਠੀਕ ਹੈ ਜੀ। ਪਰ ਮਾਈਨਰ ਦੇ ਲਈ ਪੇਰੈਂਟ ਦੀ ਕੰਸੈਂਟ ਚਾਹੀਦੀ ਹੈ। ਉਸ ਤੋਂ ਬਾਅਦ ਮੈਕਸ ਏਜ ਹੈਗੀ 71। ਠੀਕ ਹੈ ਸੋ 71 ਏਜ ਤੱਕ ਕੋਈ ਵੀ ਬੰਦਾ ਜਿਹੜਾ ਕੈਨੇਡੀਅਨ ਰੈਜ਼ੀਡੈਂਟ ਹੈ ਉਹ ਟੈਕਸ ਫਾਈਲ ਕਰ ਰਿਹਾ ਆਪਣੀ। ਠੀਕ ਹੈ ਜੀ। ਸੋ ਉਹ ਆਪਣੀ ਆਰਐਸਪੀ ਕੰਟਰੀਬਿਊਸ਼ਨ ਕਰ ਸਕਦੇ ਆ। ਸੋ 71 ਸਾਲ ਤੱਕ ਦੀ ਉਮਰ ਤੱਕ ਹਾਂਜੀ, ਕੋਈ ਵੀ ਕੈਨੇਡੀਅਨ ਰੈਜ਼ੀਡੈਂਟ ਜਿਹੜਾ ਕਿ ਪਿਛਲੇ ਸਾਲ ਜਿਸਨੇ ਟੈਕਸ ਭਰਿਆ ਹੋਵੇ ਔਰ ਸੀਆਰਏ ਨੂੰ ਇਨਫੋਰਮੇਸ਼ਨ ਦਿੱਤੀ ਹੋਵੇ, ਹੀ ਕੈਨ ਕੰਟਰੀਬਿਊਟ ਟੂ ਆਰਆਰਐਸਪੀ। ਦੈਟਸ ਵੰਡਰਫੁਲ। ਇਹ ਤੋਂ ਨਾਲ ਮੇਰਾ ਅਗਲਾ ਕੁਐਸਚਨ ਹੈਗਾ ਜੀ ਕਿ ਜਿਹੜੀ ਆਰਆਰਐਸਪੀ ਦੀ ਕੰਟਰੀਬਿਊਸ਼ਨ ਹੁੰਦੀ ਹੈ ਉਹਦੀ ਕੋਈ ਲਿਮਿਟ ਵੀ ਹੈਗੀ ਹੈ ਵੀ ਤੁਸੀਂ ਕਿੰਨਾ ਕੰਟਰੀਬਿਊਟ ਕਰ ਸਕਦੇ ਜੇ ਐਨੂਅਲੀ? ਹਾਂਜੀ, ਸੋ ਜਿਹੜੀ ਕੰਟਰੀਬਿਊਸ਼ਨ ਦੀ ਲਿਮਿਟ ਹੈ ਕੰਟਰੀਬਿਊਟਰ ਦੀ ਲਾਸਟ ਈਅਰ ਦੀ ਇਨਕਮ ਉਹਦੀ ਕੈਲਕੂਲੇਸ਼ਨ ਹੁੰਦੀ 18%। ਠੀਕ ਹੈ ਜੀ। ਸੋ 18% ਆਫ ਲਾਸਟ ਈਅਰ ਇਨਕਮ ਔਰ ਇੱਕ ਜਿਹੜਾ 2020 ਦਾ ਅਮਾਉਂਟ ਆਇਆ ਹੈ ਉਹ ਹੈ $27,230। ਠੀਕ ਹੈ ਜੀ। ਇਹਨਾਂ ਦੋਨਾਂ ਵਿੱਚੋਂ ਜਿਹੜੀ ਵੀ ਘੱਟ ਅਮਾਉਂਟ ਹੋਏਗੀ ਉਸ ਲਿਮਿਟ ਤੱਕ ਕੰਟਰੀਬਿਊਟਰ ਉਹ ਤੁਹਾਡੀ ਕੰਟਰੀਬਿਊਸ਼ਨ ਦੀ ਲਿਮਿਟ ਮੰਨ। ਠੀਕ ਹੈ ਜੀ। ਸੋ ਕਹਿਣ ਦਾ ਮਤਲਬ ਆ ਕਿ ਤੁਹਾਡਾ ਜਿਹੜਾ ਪਿਛਲਾ ਸਾਲ ਸੀਗਾ ਇਨਕਮ ਈਅਰ ਜਾਂ ਫਾਈਨੈਂਸ਼ੀਅਲ ਈਅਰ, ਉਹਦੀ ਇਨਕਮ ਜਿਹੜੀ ਆ ਉਹ ਬੇਸ ਬਣੇਗੀ ਕਿ ਹਾਊ ਮਚ ਯੂ ਕੈਨ ਕੰਟਰੀਬਿਊਟ। ਯੈਸ, ਸੋ 18% ਆਫ ਲਾਸਟ ਈਅਰ ਇਨਕਮ। ਠੀਕ ਹੈ, ਜਾਂ ਜੋ ਉਹਨਾਂ ਨੇ ਮੈਕਸਿਮਮ ਅਮਾਉਂਟ ਹੈ। ਸੋ 2020 ਚ ਜਿਹੜਾ ਅਮਾਉਂਟ ਆਇਆ ਹੈ ਉਹ 27,230 ਹੈ ਔਰ 2019 ਚ ਇਹ ਅਮਾਉਂਟ ਜਿਹੜਾ ਸੀ 26,500 ਸੀ। ਠੀਕ ਹੈ ਜੀ। ਬਟ 18% ਇਜ਼ ਸੇਮ ਐਵਰੀ ਈਅਰ। ਠੀਕ ਹੈ। ਸੋ ਉਸ ਬੇਸ ਤੇ ਜਿੰਨੀ ਵੀ ਅਮਾਉਂਟ ਕੈਲਕੂਲੇਟ ਹੋਏਗੀ ਸੋ ਕੰਟਰੀਬਿਊਟਰ ਉਹਨਾਂ ਅਮਾਉਂਟ ਕੰਟਰੀਬਿਊਟ ਕਰ ਸਕਦਾ ਆਰਐਸਪੀ ਚ। ਸੋ ਉਹ ਅਮਾਉਂਟ ਅਸੀਂ ਆਪਣੇ ਨੋਟਿਸ ਆਫ ਅਸੈਸਮੈਂਟ ਤੋਂ ਵੀ ਦੇਖ ਸਕਦੇ ਹਾਂ। ਹਰ ਸਾਲ ਦੇ ਨੋਟਿਸ ਆਫ ਅਸੈਸਮੈਂਟ ਤੇ ਸੀਆਰਏ ਮੈਂਸ਼ਨ ਕਰ ਦਿੰਦੀ ਹੈ ਕਿ ਤੁਸੀਂ ਇੰਨੀ ਮਨੀ ਉਹ 'ਚ ਕੰਟਰੀਬਿਊਟ ਕਰ ਸਕਦੇ ਆ। ਸੋ ਮਮਤਾ ਜੀ, ਤੁਸੀਂ ਹੁਣੇ ਗੱਲ ਕਰ ਰਹੇ ਸੀਗੇ ਕਿ ਤੁਸੀਂ ਨੋਟਿਸ ਆਫ ਅਸੈਸਮੈਂਟ ਤੋਂ ਚੈੱਕ ਕਰ ਸਕਦੇ ਜੇ ਕਿ ਤੁਹਾਡੀ ਲਾਸਟ ਈਅਰ ਦੀ ਜਿਹੜੀ ਆਰਐਸਪੀ ਲਈ ਕੰਟਰੀਬਿਊਸ਼ਨ ਕਿੰਨੀ ਸੀ। ਹਾਂਜੀ। ਪਰ ਮੇਰੇ ਕਾਫੀ ਦੋਸਤ ਹੋਣਗੇ, ਸਾਡੇ ਅਲਬਰਟਨਸ ਹੋਣਗੇ, ਸਾਡੇ ਦਰਸ਼ਕ ਹੋਣਗੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸੀਆਰਏ ਉੱਪਰ ਆਪਣਾ ਅਕਾਊਂਟ ਕਿਵੇਂ ਕ੍ਰੀਏਟ ਕਰਨਾ ਹੈ। ਹਾਲਾਂਕਿ ਕਾਫੀ ਲੋਕਾਂ ਨੇ ਅਕਾਊਂਟ ਕ੍ਰੀਏਟ ਕੀਤਾ ਹੋਇਆ, ਪਰ ਮੈਂ ਪਰਸਨਲੀ ਕੁਝ ਦੋਸਤਾਂ ਨੂੰ ਜਾਣਦਾ ਜਿਹੜੇ ਕਿ ਅਜੇ ਵੀ ਫੋਨ ਕਰਕੇ ਸੀਆਰਏ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਔਰ ਉਹਨਾਂ ਨੂੰ ਕਈ ਵਾਰੀ ਘੰਟਿਆਂ ਬੱਧੀ ਉੱਥੇ ਵੇਟ ਵੀ ਕਰਨੀ ਪੈਂਦੀ ਹੈ। ਸੋ ਸਾਡੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸੋ ਕਿ ਸੀਆਰਏ ਦਾ ਅਕਾਊਂਟ ਖੋਲ੍ਹਣ ਦਾ ਕੀ ਪ੍ਰੋਸੈਸ ਹੈ ਜੀ? ਹਾਂਜੀ, ਬਹੁਤ ਸਿੰਪਲ ਹੈਗਾ ਇਹ। ਇਟਸ ਨਾਟ ਹਾਰਡ। ਸੋ ਤੁਸੀਂ ਸੀਆਰਏ ਦੀ ਵੈਬਸਾਈਟ ਤੇ ਜਾ ਕੇ ਅਕਾਊਂਟ देयर इज ਆਪਸ਼ਨ ਰਜਿਸਟਰ ਮਾਈ ਅਕਾਊਂਟ। ਬਿਲਕੁਲ। ਸੋ ਤੁਸੀਂ ਉੱਥੇ ਜਾ ਕੇ ਰਜਿਸਟਰ ਕਰਕੇ ਬੇਸਿਕ ਇਨਫੋਰਮੇਸ਼ਨ ਦੇਣੀ ਹੈ। ਉਸ ਤੋਂ ਬਾਅਦ ਸੀਆਰਏ ਇੱਕ ਤੁਹਾਨੂੰ ਪਾਸਵਰਡ ਭੇਜਦੀ ਹੈ। ਸੋ ਇਟ ਟੇਕਸ 5-7 ਡੇਜ਼। ਅੱਛਾ ਜੀ, ਉਹ ਤੁਹਾਡੇ ਮੇਲ ਚ ਆ ਜਾਏਗਾ? ਉਹ ਮੇਲ ਚ ਆਂਦਾ, ਉਹ ਮੇਲ ਚ ਹੀ ਆਏਗਾ ਉਹ। ਬਿਲਕੁਲ। ਸੋ ਉਹ ਪਾਸਵਰਡ ਜਦੋਂ ਤੁਹਾਨੂੰ ਮਿਲ ਜਾਂਦਾ ਹੈ ਤਾਂ ਤੁਸੀਂ ਬਹੁਤ ਈਜ਼ੀਲੀ ਅਕਾਊਂਟ ਓਪਨ ਕਰ ਸਕਦੇ ਆ ਆਪਣਾ। ਐਂਡ ਦਿਸ ਇਜ਼ ਵੈਰੀ ਸਿਕਿਉਰ। ਹਾਂਜੀ। ਐਂਡ ਲੈਸ ਟਾਈਮ ਕੰਜ਼ਿਊਮਿੰਗ। ਔਰ ਆਈ ਬਿਲੀਵ ਕਿ ਕਾਫੀ ਇਨਫੋਰਮੇਟਿਵ ਵੀ ਹੁੰਦਾ ਵਾ। ਅਗਰ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ, ਹਰ ਇਨਫੋਰਮੇਸ਼ਨ ਉਸ ਅਕਾਊਂਟ 'ਚ ਪਈ ਆ। ਈਵਨ ਅਗਰ ਤੁਸੀਂ ਆਪਣੇ ਪਿਛਲੇ ਨੋਟਿਸ ਆਫ ਅਸੈਸਮੈਂਟ ਦੇਖਣੇ ਚਾਹੋ, ਡਾਊਨਲੋਡ ਕਰਨੇ ਚਾਹੋ, ਪ੍ਰਿੰਟ ਕਰਨੇ ਚਾਹੋ, ਯੂ ਕੈਨ ਡੂ ਦੈਟ। ਸਾਰਾ ਕੁਝ ਮਿਲ ਜਾਂਦਾ। ਤੁਹਾਡੀਆਂ T4s ਉਹਦੇ 'ਚ ਹੈਗੀਆਂ, ਤੁਹਾਡੀ ਹਰ ਇਨਫੋਰਮੇਸ਼ਨ each and everything ਉਸ ਅਕਾਊਂਟ 'ਚ ਤੁਹਾਨੂੰ ਮਿਲ ਸਕਦਾ ਆ। ਸੋ ਸਮਟਾਈਮਸ ਕਲਾਇੰਟ ਕਾਲ ਮੀ ਕਿ ਇਮੀਗ੍ਰੇਸ਼ਨ ਦੀ ਫਾਈਲ ਲਗਾਣੀ ਹੈ, ਵੀ ਨੀਡ ਨੋਟਿਸ ਆਫ ਅਸੈਸਮੈਂਟ। ਹਾਂਜੀ ਹਾਂਜੀ। ਹੁਣ ਜੇ ਉਹਨਾਂ ਕੋਲ ਆਪਣਾ ਐਕਸੈਸ ਹੈਗਾ ਤਾਂ ਕਦੀ ਵੀ ਆਪਣਾ ਨੋਟਿਸ ਆਫ ਅਸੈਸਮੈਂਟ ਲੈ ਸਕਦੇ ਆ। ਹਾਂਜੀ। ਆਪਾਂ ਹੁਣ ਵਾਪਸ ਚੱਲਦੇ ਆ ਆਰਆਰਐਸਪੀ ਤੇ। ਹਾਂਜੀ। ਤੁਸੀਂ ਜ਼ਿਕਰ ਕੀਤਾ ਵੀ ਇਹਦੀ ਜਿਹੜੀ ਕੰਟਰੀਬਿਊਸ਼ਨ ਦੀ ਐਨੂਅਲ ਲਿਮਿਟ ਆ ਉਹ 2019 ਦੀ ਕਿੰਨੀ ਸੀ ਤੇ 2020 ਦੀ ਕਿੰਨੀ ਸੀ? ਹਾਂਜੀ। ਇੱਥੇ ਇੱਕ ਹੋਰ ਕੁਐਸਚਨ ਆ ਨੈਚੁਰਲ ਜਿਹਾ ਵੀ ਕਈ ਵਾਰੀ ਹੋ ਸਕਦਾ ਕਿ ਮੈਂ ਆਪਣੀ ਲਿਮਿਟ ਨਾਲੋਂ ਵੱਧ ਕੰਟਰੀਬਿਊਟ ਕਰ ਦੇਵਾਂ। ਹਾਂਜੀ। ਆਰਆਰਐਸਪੀ ਦੇ ਵਿੱਚ। ਹਾਂਜੀ। ਉਸ ਸਿਚੁਏਸ਼ਨ ਦੇ ਵਿੱਚ ਕੀ ਕਨਸੀਕੁਐਂਸਸ ਹੋ ਸਕਦੇ ਨੇ, ਕੀ ਸਿਨੈਰੀਓ ਹੋ ਸਕਦਾ ਜੀ? ਹਾਂਜੀ, ਜੇ ਬਾਈ ਚਾਂਸ ਕੰਟਰੀਬਿਊਸ਼ਨ ਓਵਰ ਹੋ ਜਾਂਦੀ, ਕਈ ਵਾਰੀ ਬਾਈ ਮਿਸਟੇਕ ਹੋ ਜਾਂਦੀ ਹੈ, ਨਹੀਂ ਪਤਾ ਹੁੰਦਾ। ਸਮਟਾਈਮਸ ਵੀ ਗੈਸ ਦਾ ਅਮਾਉਂਟ ਕਿ ਇੰਨੀ ਸੀਗੀ ਮੇਰੇ ਕੋਲ ਤੇ ਅਸੀਂ ਓਵਰ ਕਰ ਦਿੰਦੇ ਆ। ਬਿਲਕੁਲ। ਸੋ ਬਾਈ ਚਾਂਸ ਜੇ ਉਦਾਂ ਹੋ ਜਾਂਦੀ ਜਾਂ ਤਾਂ ਉਹ ਐਕਸੈਸ ਅਮਾਉਂਟ ਵਿਡਰੋ ਕਰਾ ਲਿਆ ਜਾਵੇ। ਹਾਂਜੀ। ਨਹੀਂ ਤਾਂ ਫਿਰ ਸੀਆਰਏ ਵਿਲ ਪੈਨਲਾਈਜ਼ 1% ਔਨ ਐਵਰੀ ਮੰਥ ਔਨ ਦਾ ਐਕਸੈਸ ਅਮਾਉਂਟ।
ਠੀਕ ਹੈ ਸੋ ਬੈਟਰ ਇਹੀ ਹੈ ਕਿ ਜੇ ਓਵਰ ਕੰਟਰੀਬਿਊਟ ਹੋ ਜਾਵੇ ਤਾਂ ਉਹਨੂੰ ਵਿਡਰਾਅ ਕਰਾ ਲਿਆ ਜਾਵੇ, ਠੀਕ ਹੈ ਜੀ ਨਹੀਂ ਤਾਂ ਫਿਰ ਪੈਨਲਟੀ ਪੇ ਕਰਨੀ ਪਏਗੀ। ਬਿਲਕੁਲ। ਸੋ ਬੈਟਰ ਇਹ ਹੈ, ਰਿਕਮੈਂਡੇਸ਼ਨ ਇਹ ਆ ਵੀ ਅਗਰ ਬਾਈ ਚਾਂਸ ਹਾਂਜੀ। ਤੁਸੀਂ ਡਿਊ ਟੂ ਇਗਨੋਰੈਂਸ ਜਾਂ Yeah. ਜਿਵੇਂ ਮਰਜ਼ੀ ਓਵਰ ਕੰਟਰੀਬਿਊਟ ਕਰ ਦਿੱਤਾ ਹਾਂਜੀ ਤਾਂ ਯੂ ਹੈਵ ਦੀ ਆਪਸ਼ਨ ਟੂ ਟੇਕ ਇਟ ਬੈਕ। ਬੈਕ ਲੈ ਸਕਦੇ That's ਤੁਸੀਂ। wonderful. ਹਾਂਜੀ ਇਹਦੇ ਨਾਲ ਹੀ ਇੱਕ ਹੋਰ ਕੁਐਸਚਨ ਹੈ ਜੀ ਕਿ ਜਿਹੜੀ ਆਰਆਰਐਸਪੀ ਦੀ ਕੰਟਰੀਬਿਊਸ਼ਨ ਆ, ਫੋਰ ਐਗਜ਼ਾਮਪਲ ਮੈਂ ਇਸ ਵਾਰੀ ਪੂਰੀ ਨਹੀਂ ਕਰ ਪਾਇਆ, ਕੀ ਇਹ ਕੈਰੀ ਫਾਰਵਰਡ ਹੋ ਸਕਦੀ ਜੀ? ਹਾਂਜੀ, ਇਹ ਕੈਰੀ ਫਾਰਵਰਡ ਹੋ ਜਾਂਦੀ ਆ। ਹਾਂਜੀ ਸੋ ਈਵਨ ਜੇ ਬਾਈ ਚਾਂਸ ਤੁਸੀਂ ਕੰਟਰੀਬਿਊਟ ਕਰ ਵੀ ਦਿੱਤਾ ਔਰ ਜੇ ਇਨਕਮ ਉਸ ਇਨਕਮ ਤੋਂ ਅਸੀਂ ਪ੍ਰੋਪਰ ਬੈਨੀਫਿਟ ਨਹੀਂ ਲੈ ਰਹੇ ਤਾਂ ਅਸੀਂ ਉਸ ਅਮਾਉਂਟ ਨੂੰ ਕੈਰੀ ਫਾਰਵਰਡ ਆਪਣੇ ਆਪ ਵੀ ਕਰ ਸਕਦੇ ਹਾਂ। ਠੀਕ ਹੈ ਜੀ। ਸੋ ਇਸ ਕਰਕੇ ਉਹਦੇ 'ਚ ਕੋਈ ਵਰੀ ਵਾਲੀ ਗੱਲ ਨਹੀਂ ਹੈਗੀ, ਤੁਸੀਂ ਉਹਨੂੰ ਕਦੀ ਵੀ ਉਹਨੂੰ ਕੈਰੀ ਫਾਰਵਰਡ ਠੀਕ ਕਰ ਹੈ ਸਕਦੇ ਜੀ। ਹਾਂ। ਸੋ ਮਮਤਾ ਜੀ ਇੱਥੇ ਅਸੀਂ ਇੱਕ ਬ੍ਰੇਕ ਲੈਣੀ ਹੈ ਜੀ, ਔਰ ਬ੍ਰੇਕ ਤੇ ਜਾਣ ਤੋਂ ਪਹਿਲੇ ਸਾਡੇ ਦਰਸ਼ਕਾਂ ਦੇ ਨਾਲ ਆਪਣਾ ਫੋਨ ਨੰਬਰ ਤੇ ਹਾਂਜੀ। ਆਪਣਾ ਐਡਰੈਸ ਜ਼ਰੂਰ ਸਾਂਝਾ ਕਰੋ ਜੀ। ਹਾਂਜੀ, ਸੋ ਮੇਰੀ ਕੰਪਨੀ ਦਾ ਨਾਮ EK Trehan and Company, which is the only branch in Millwoods, even in Edmonton. So the address of the company is 9235A 35 Avenue Northwest in Edmonton. The phone number is 780-462-0919, or you can approach me anytime at mamta@ektrehan.com. ਠੀਕ ਹੈ ਜੀ। ਸੋ ਦਰਸ਼ਕੋ ਇੱਥੇ ਇੱਕ ਬ੍ਰੇਕ ਲੈਂਦੇ ਹਾਂ ਔਰ ਬ੍ਰੇਕ ਤੋਂ ਬਾਅਦ ਇਸ ਗੱਲਬਾਤ ਨੂੰ ਅਸੀਂ ਜਾਰੀ ਰੱਖਾਂਗੇ ਜੀ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਸਭਨਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਸਾਡੀ ਗੱਲਬਾਤ ਚੱਲ ਰਹੀ ਸੀ ਜੀ EK Trehan ਕੰਪਨੀ ਤੋਂ ਮਮਤਾ ਜੀ ਦੇ ਨਾਲ। ਮਮਤਾ ਜੀ, ਆਪਣੀ ਗੱਲ ਚੱਲ ਰਹੀ ਸੀ ਆਰਆਰਐਸਪੀ ਦੇ ਬਾਰੇ। ਹਾਂਜੀ, ਤੁਸੀਂ ਆਰਆਰਐਸਪੀ ਦਾ ਮੀਨਿੰਗ ਦੱਸਿਆ, ਕੰਟਰੀਬਿਊਸ਼ਨ ਦੀ ਲਿਮਿਟ ਦੱਸੀ, ਬੈਨੀਫਿਟਸ ਦੱਸੇ, ਕਿਵੇਂ ਓਪਨ ਕਰ ਸਕਦੇ ਆ ਇਹ ਵੀ ਦੱਸਿਆ। ਹੁਣ ਜਿਹੜਾ ਅਗਲਾ ਸਵਾਲ ਆ ਉਹ ਇਹ ਹੈ ਕਿ ਜਿਹੜੀ ਇਹ ਕੰਟਰੀਬਿਊਸ਼ਨ ਹੁੰਦੀ ਹੈ, ਇਸ ਕੰਟਰੀਬਿਊਸ਼ਨ ਨੂੰ ਲਾਈਕ ਟੈਕਸ ਦੇ ਉੱਪਰ ਕਿੰਨਾ ਕੁ ਇਹਦਾ ਸੇਵਿੰਗ ਕਰ ਸਕਦੇ ਇਸ ਕੰਟਰੀਬਿਊਸ਼ਨ ਦੇ ਨਾਲ ਅਸੀਂ? ਹਾਂਜੀ, ਇਹ ਸਭ ਤੋਂ ਇੰਪੋਰਟੈਂਟ ਕੁਐਸਚਨ ਹੈਗਾ ਆਰਐਸਪੀ ਦਾ। ਸੋ ਬੇਸਿਕਲੀ ਅਸੀਂ ਟੈਕਸ ਨੂੰ ਸੇਵ ਕਰਨ ਲਈ ਆਰਐਸਪੀ 'ਚ ਕੰਟਰੀਬਿਊਸ਼ਨ ਕਰਦੇ ਹਾਂ। ਬਿਲਕੁਲ। ਸੋ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਊਂ ਇਹਦੇ 'ਚ। ਸੋ ਅਸੀਂ ਵੀ ਜਸਟ ਟੇਕ $1000। ਸੋ ਸਪੋਜ਼ ਤੁਸੀਂ $1000 ਕੰਟਰੀਬਿਊਟ ਕਰਦੇ ਹੋ। ਠੀਕ ਹੈ ਜੀ। ਸੋ ਅਗਰ ਕੋਈ ਕੰਟਰੀਬਿਊਟਰ ਦਾ ਇਨਕਮ ਸਲੈਬ ਫਸਟ ਬ੍ਰੈਕਟ 'ਚ ਹੈ, ਜਿਹੜੀ ਕਿ 2020 ਦੀ ਫਸਟ ਬ੍ਰੈਕਟ ਹੈ, ਉਹ ਫਸਟ ਅਮਾਊਂਟ ਆਇਆ ਹੈ ਇਸ ਸਾਲ 48,535। ਠੀਕ ਹੈ ਜੀ। So up to this money, we are paying taxes 15% federal and 10% provincial. ਠੀਕ ਹੈ ਜੀ। So total 25%. ਬਿਲਕੁਲ So per 1000 we can save 25%, means $250. ਬਿਲਕੁਲ। So ਤੁਸੀਂ ਜਿੰਨੇ 1000 ਵੀ ਇਨਵੈਸਟ ਕਰਨੇ ਆ, so 250 per 1000 we can save. ਠੀਕ ਹੈ ਜੀ। But this is the minimum bracket. ਠੀਕ ਹੈ। ਜਦੋਂ ਤੁਸੀਂ ਸੈਕੰਡ ਜਾਂ ਥਰਡ ਜਾਂ ਫੋਰਥ ਬ੍ਰੈਕਟ ਚਲੇ ਗਏ, ਸੋ ਟੈਕਸ ਰੇਟਸ ਉਹਦੇ ਅਕੋਰਡਿੰਗ ਇਨਕਰੀਜ਼ ਹੋਣਗੀਆਂ। ਬਿਲਕੁਲ। So now I'm coming to a little bit bigger bracket. So suppose ਤੁਸੀਂ earn ਕੀਤਾ 160,000 ਠੀਕ ਹੈ ਜੀ। 160,000 ਤੱਕ ਤੁਹਾਡੀ ਬ੍ਰੈਕਟ ਪਹੁੰਚ ਜਾਏਗੀ 29% ਫੈਡਰਲ ਹਾਂਜੀ। ਐਂਡ 10-11% ਪ੍ਰੋਵਿੰਸ਼ੀਅਲ। ਠੀਕ ਹੈ ਜੀ। ਸੋ ਅਪਰੋਕਸੀਮੇਟ 40% ਅਮਾਊਂਟ ਅਸੀਂ ਜਿਹੜਾ ਆ ਪਰ 1000 ਸੇਵ ਕਰ ਸਕਦੇ ਹਾਂ। ਠੀਕ ਹੈ। ਪਰ ਆਰਐਸਪੀ ਜਿਹੜੀ ਕੰਟਰੀਬਿਊਸ਼ਨ ਹੈ ਉੱਥੇ ਹੀ ਵਰਥ ਹੈਗੀ ਆ ਜਿੱਥੇ ਹਾਇਰ ਬ੍ਰੈਕਟ ਹੋਵੇ, ਕਿਉਂਕਿ ਇਟਸ ਅ ਕਾਈਂਡ ਆਫ ਟੈਕਸ ਡੈਫਰਲ। ਜੇ ਅੱਜ ਅਸੀਂ ਟੈਕਸ ਸੇਵ ਕੀਤਾ, ਜਿਸ ਸਾਲ 'ਚ ਤੁਸੀਂ ਉਹਨੂੰ ਵਿਡਰਾਅ ਕਰਾਉਣਾ ਆ ਤਾਂ ਉਹ ਟੈਕਸ ਦੇਣਾ ਵੀ ਪੈਣਾ। ਯੂ ਹੈਵ ਟੂ ਪੇ ਇਟ। ਯੈਸ। ਸੋ ਮਿਨੀਮਮ ਬ੍ਰੈਕਟ ਇਜ਼ 25%। ਹਾਂਜੀ। ਜੇ ਤੁਸੀਂ ਅੱਜ 250 ਸੇਵ ਕਰ ਰਹੇ ਹੋ ਪਰ 1000 ਤੇ, ਜੇ ਤੁਸੀਂ 4 ਸਾਲ ਬਾਅਦ ਫਿਰ ਤੁਸੀਂ 250 ਪੇ ਕਰ ਦਿੱਤਾ, ਦੈਟ ਡਜ਼ਨਟ ਮੇਕ ਸੈਂਸ। ਠੀਕ ਹੈ। ਅਗਰ ਤੁਹਾਡੀ ਇਨਕਮ ਬ੍ਰੈਕਟ ਜ਼ਿਆਦਾ ਹਾਈ ਹੈ, ਤੁਸੀਂ ਐਟਲੀਸਟ 40% ਵੀ ਸੇਵ ਕਰ ਰਹੇ ਹੋ ਹੁਣ, ਔਰ ਐਟਲੀਸਟ 25% ਤੇ ਤਾਂ ਜਾਓਗੇ ਬਿਲਕੁਲ ਐਟ ਦਾ ਐਂਡ। ਹਾਂਜੀ। ਸੋ 40% ਸੇਵ ਕਰਕੇ 25% ਜੇ ਤੁਸੀਂ ਪੇ ਕਰ ਰਹੇ ਹੋ, ਤਾਂ ਡਿਫਰੈਂਸ ਵੀ ਆਰ ਸੇਵਿੰਗ ਐਕਚੁਅਲੀ। ਠੀਕ ਹੈ ਜੀ। ਸੋ ਜਿੰਨੀ ਜ਼ਿਆਦਾ ਬਿਗਰ ਬ੍ਰੈਕਟ ਹੈ ਉਹਦੇ 'ਚ ਮੈਕਸਿਮਮ ਬੈਨੀਫਿਟ। ਸੋ ਕਹਿਣ ਦਾ ਮਤਲਬ ਵੀ ਅਗਰ ਤੁਹਾਡੀ ਬ੍ਰੈਕਟ ਪਹਿਲੀ ਵਾਲੀ ਹੈ ਜਾਂ ਘੱਟ ਇਨਕਮ ਵਾਲੀ ਹੈ ਤਾਂ ਤੁਹਾਨੂੰ ਜ਼ਿਆਦਾ ਬੈਨੀਫਿਟ ਨਹੀਂ ਹੋ ਸਕਦਾ। ਜ਼ਿਆਦਾ ਬੈਨੀਫਿਟ ਨਹੀਂ ਹੈ ਉਹਦਾ। ਠੀਕ ਹੈ ਜੀ। ਕਿਉਂਕਿ ਉਹ ਡੈਫਰਲ ਹੈ, ਜੇ ਅੱਜ ਤੁਸੀਂ ਸੇਵ ਕਰ ਲਿਆ, ਜਦੋਂ ਵੀ ਤੁਸੀਂ ਉਹਨੂੰ ਵਿਡਰਾਅ ਕਰਾਓਗੇ ਤੁਹਾਨੂੰ ਵਾਪਸ ਦੇਣਾ ਪੈਣਾ। ਔਰ ਆਈ ਬਲੀਵ ਅਗਰ ਤੁਸੀਂ ਇਹਨੂੰ ਰਿਟਾਇਰਮੈਂਟ ਦੇ ਕਰੀਬ ਜਾ ਕੇ ਵਿਡਰਾਅ ਕਰਾਉਂਦੇ ਜੇ, ਤੁਹਾਨੂੰ ਇਹਦਾ ਬੈਨੀਫਿਟ ਵੀ ਉਸ ਕੰਡੀਸ਼ਨ 'ਚ ਹੋਏਗਾ ਅਗਰ ਉਸ ਟਾਈਮ ਤੇ ਤੁਹਾਡਾ ਜਿਹੜਾ, ਪਰ ਉਸ ਟਾਈਮ ਤੇ ਵੀ ਐਟਲੀਸਟ ਤੁਸੀਂ ਫਸਟ ਬ੍ਰੈਕਟ ਤੇ ਤਾਂ ਹੋਵੋਗੇ। ਹਾਂਜੀ, ਬਿਲਕੁਲ ਬਿਲਕੁਲ। ਰਾਈਟ।
ਸੋ ਫਿਰ ਤੁਹਾਨੂੰ 25% ਤਾਂ ਦੇਣਾ ਹੀ ਆ। ਹਾਂਜੀ ਤੁਸੀਂ 20 ਸਾਲ ਬਾਅਦ ਵੀ ਉਹ 250 ਸੇਵ ਕਰਕੇ ਫਿਰ 250 ਪੇਮੈਂਟ ਕਰ ਦਿੱਤੀ 20 ਇਅਰਸ ਸਪੋਜ਼, ਹਾਂਜੀ ਤਾਂ ਆਈ ਡੋਂਟ ਥਿੰਕ ਸੋ ਵੀ ਅਰਨ ਐਨੀਥਿੰਗ। ਠੀਕ ਹੈ ਜੀ, ਸੋ ਵੀ ਜਸਟ ਬਲੌਕ ਆਵਰ ਮਨੀ। ਬਿਲਕੁਲ ਬਿਲਕੁਲ। ਔਰ ਵਾਕਿਆ ਦਰਸ਼ਕੋ, ਇਹਦਾ ਜਿਹੜੀ ਗੱਲਬਾਤ ਅਸੀਂ ਕਰ ਰਹੇ ਹਾਂ ਇਹਦਾ ਮਕਸਦ ਵੀ ਇਹ ਕਿ RRSP ਦੇ ਬੈਨੀਫਿਟਸ ਔਰ ਇਹਦੇ ਜਿਹੜੇ ਕਹਿ ਲਓ ਵੀ ਨੈਗੇਟਿਵ ਇੰਪੈਕਟਸ ਨੇ ਉਹ ਤੁਹਾਡੇ ਨਾਲ ਡਿਸਕਸ ਕਰੀਏ, ਤਾਂ ਕਿ ਕੱਲ੍ਹ ਨੂੰ ਅਗਰ ਤੁਸੀਂ RRSP ਅਕਾਊਂਟ ਖੋਲ੍ਹਣਾ ਹੈ ਜਾਂ ਤੁਸੀਂ ਆਪਣੀ ਇਨਵੈਸਟਮੈਂਟ ਕਰਨੀ ਹੈ ਤੇ ਤੁਹਾਨੂੰ ਪਤਾ ਹੋਵੇ ਕਿ ਕਿਹੜੇ ਪ੍ਰੋਡਕਟ ਕਿਹੜੇ ਅਕਾਊਂਟ ਦੇ ਵਿੱਚ ਪੈਸਾ ਲਗਾਉਣ ਦਾ ਸਾਨੂੰ ਬੈਨੀਫਿਟ ਆ ਔਰ ਕਿੱਥੇ ਲਗਾਉਣ ਦਾ ਘੱਟ ਬੈਨੀਫਿਟ ਆ। ਯਾ ਮੋਰ ਓਵਰ ਜਦੋਂ RRSP ਕਿਤੇ ਇਨਵੈਸਟ ਹੋ ਜਾਂਦੀ ਹੈ ਐਂਡ ਉਹਦੇ ਤੋਂ ਜਿਹੜੀ ਇਨਕਮ ਜਨਰੇਟ ਹੋ ਰਹੀ ਆ, ਇਟ ਇਜ਼ ਅਗੇਨ ਟੈਕਸੇਬਲ। ਓਹ ਦੈਟਸ ਇਟ, ਰਾਈਟ। ਪਰ ਉਹ ਉਦੋਂ ਤੱਕ ਟੈਕਸੇਬਲ ਨਹੀਂ ਹੈ ਜਦ ਤੱਕ ਉਹ RRSP ਦੇ ਨਾਲ ਅਟੈਚਡ ਹੈ। ਜਦੋਂ ਤੱਕ ਅਕਾਊਂਟ ਦੇ ਵਿੱਚ ਜਮ੍ਹਾਂ ਵਾ ਤਦ ਤੱਕ ਠੀਕ ਟੈਕਸ ਨਹੀਂ ਹੈ। ਹੈਗਾ। ਪਰ ਜਦੋਂ ਤੁਸੀਂ ਉਹ ਇਨਕਮ ਜਨਰੇਟ ਹੋ ਗਈ, ਸੌਰੀ ਤੁਸੀਂ ਵਿਡਰਾਅ ਕਰ ਲਈ, ਦੈਨ ਉਹ ਟੈਕਸੇਬਲ ਮਨੀ ਬਣ ਜਾਣੀ। ਠੀਕ ਹੈ ਜੀ। ਤੇ ਅਗਲਾ ਜਿਹੜਾ ਮੇਰਾ ਸਵਾਲ ਹੈ ਜੀ RRSP ਨੂੰ ਲੈ ਕੇ, ਉਹ ਹੈ ਕਿ ਸਪਾਊਸਲ RRSP ਹੁੰਦੀ ਇੱਕ, ਉਹ ਕੀ ਚੀਜ਼ ਆ? ਹਾਂਜੀ, ਸੋ ਸਪਾਊਸਲ RRSP ਇਜ਼ ਵੈਰੀ ਗੁੱਡ ਟਰਮ। ਇਟਸ ਗੁੱਡ ਤੁਸੀਂ ਇਹ ਡਿਸਕਸ ਕੀਤਾ। ਹਾਂਜੀ। ਸਪਾਊਸਲ ਚ ਸਪੋਜ਼ ਅਸੀਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈਂਦੇ ਫਿਰ ਹਸਬੈਂਡ ਵਾਈਫ ਦੀ। ਠੀਕ ਹੈ ਜੀ। ਸੋ ਸਪੋਜ਼ ਹਸਬੈਂਡ ਦੀ ਇਨਕਮ 100,000 ਹੈਗੀ ਆ ਤੇ ਵਾਈਫ ਉਹਨਾਂ ਦੀ ਲਾ ਲਓ ਵੀ ਘੱਟ ਆ, ਨੋ ਜਾਂ ਉਹ ਨਹੀਂ ਕੰਮ ਕਰ ਰਹੇ, ਬੱਚੇ ਛੋਟੇ ਹੈਗੇ ਆ ਸਮਹਾਉ, ਰਾਈਟ। ਤੇ ਹਸਬੈਂਡ ਸ਼ੁੱਡ ਬੀ ਦਾ ਕੰਟਰੀਬਿਊਟਰ। ਬਿਲਕੁਲ। ਸੋ ਉਹਨਾਂ ਦਾ ਜਿੰਨਾ ਰੂਮ ਹੈਗਾ ਉਹ ਆਪਣੇ ਰੂਮ ਨੂੰ ਡਿਵਾਈਡ ਕਰ ਸਕਦੇ ਆ ਦੋਨਾਂ ਚ। ਫੋਰ ਐਗਜ਼ਾਮਪਲ ਉਹਨਾਂ ਦਾ $20,000 ਦਾ ਰੂਮ ਆ, ਹਾਂਜੀ, ਸੋ ਉਹ 10,000 15 5 5 15 ਇਦਾਂ। ਸੋ ਅਕੋਰਡਿੰਗ ਟੂ देयर ਚੋਇਸ ਦੇ ਕੈਨ ਡੂ ਦੈਟ, ਕਰ ਸਕਦੇ। ਠੀਕ ਹੈ ਜੀ। ਸਪਾਊਸਲ RRSP ਚ ਇਹ ਬੈਨੀਫਿਟ ਹੈ ਕਿ ਸਪਾਊਸ ਦੀ ਇਨਕਮ ਨਹੀਂ ਹੈ, ਹਾਂਜੀ, ਜਾਂ ਘੱਟ ਇਨਕਮ ਹੈ, ਤਾਂ ਉਹ ਮਾਈਨਰ ਟੈਕਸ ਬ੍ਰੈਕਟ ਚ ਆ ਰਹੇ ਆ। ਬਿਲਕੁਲ, ਰਾਈਟ। ਜਦੋਂ ਵੀ ਉਹ ਮਨੀ ਵਿਡਰਾਅ ਕਰਾਉਣਗੇ ਉਹ ਸਪਾਊਸ ਦੀ ਇਨਕਮ ਬਣ ਜਾਏਗੀ। ਠੀਕ ਹੈ ਜੀ, ਠੀਕ ਹੈ। ਸੋ ਉਹਨਾਂ ਦੀ ਇਨਕਮ ਦੇ ਅੰਦਰ ਉਹ ਟੈਕਸੇਬਲ ਇਨਕਮ ਹੋਏਗੀ। ਹੁਣ ਸਪੋਜ਼ ਵਾਈਫ ਦੀ ਇਨਕਮ 10,000 ਹੈ, ਬਿਲਕੁਲ। ਸੋ ਉਹਨਾਂ ਨੇ 10,000 ਇਹੀ ਵਾਲਾ ਅਮਾਉਂਟ ਸਪਾਊਸਲ ਅਮਾਉਂਟ ਵਿਡਰਾਅ ਕਰ ਲਿਆ, ਤਾਂ 20,000 ਤੇ ਤਾਂ ਜਸਟ 10% ਟੈਕਸ ਲੱਗਣਾ। ਬਿਲਕੁਲ। ਸੋ 100,000 ਤੇ ਆਪਾਂ ਸੇਵ ਕੀਤਾ ਸੀਗਾ ਅਰਾਊਂਡ ਆਈ ਕੈਨ ਸੇ ਪਰ 1000 36%। ਹਾਂਜੀ। ਤੇ ਇੱਧਰ ਦੇ ਰਹੇ ਹਾਂ ਅਸੀਂ ਸਿਰਫ 10%। ਸੋ ਡਿਫਰੈਂਸ ਵੀ ਆਰ ਸੇਵਿੰਗ। ਠੀਕ ਹੈ ਜੀ, ਰਾਈਟ। ਪਰ ਇੱਕ ਡਰਾਬੈਕ ਹੈਗੀ ਆ। ਅੱਛਾ ਜੀ। ਸੋ 3 ਸਾਲ ਤੁਸੀਂ ਉਹ ਮਨੀ ਨੂੰ ਟੱਚ ਨਹੀਂ ਕਰ ਸਕਦੇ। ਓ ਠੀਕ ਹੈ। 3 ਸਾਲ ਤੋਂ ਬਾਅਦ ਹੀ ਉਹ ਸਪਾਊਸ ਮਨੀ ਵਿਡਰਾਅ ਕਰਾ ਸਕਦਾ। ਪਰ ਜੇ ਤੁਸੀਂ 3 ਸਾਲ ਤੋਂ ਪਹਿਲਾਂ ਮਨੀ ਵਿਡਰਾਅ ਕਰ ਲੈਂਦੇ ਆ ਤਾਂ ਉਹ ਕੰਟਰੀਬਿਊਟਰ ਦੀ ਇਨਕਮ ਬਣ ਜਾਂਦੀ ਆ। ਸੋ ਅਗੇਨ ਉਹ ਹਸਬੈਂਡ ਨੂੰ ਫਿਰ, ਹਾਂਜੀ, ਸੋ ਉਹਨੂੰ ਹੀ ਪੇ ਕਰਨਾ ਪਏਗਾ ਟੈਕਸ। ਠੀਕ ਹੈ ਜੀ, ਠੀਕ ਹੈ। ਸੋ ਬੈਨੀਫਿਟ ਉਦੋਂ ਹੀ ਹੈ ਜਦੋਂ 3 ਸਾਲ ਬਾਅਦ ਤੁਸੀਂ ਉਹਨੂੰ ਵਿਡਰਾਅ ਕਰਾਉਂਦੇ ਆ ਅੰਡਰ ਵਾਈਫਸ ਨੇਮ। ਠੀਕ ਹੈ ਜੀ। ਲਾਈਕ ਉਹ ਆਟੋਮੈਟਿਕਲੀ ਉਹਨਾਂ ਦੀ ਇਨਕਮ ਬਣ ਜਾਂਦੀ ਹੈ। 3 ਸਾਲ ਦਾ ਲੌਕਿੰਗ ਪੀਰੀਅਡ ਹੈ ਜੀ। ਯੈਸ। If you want to get the benefit of that. That's right, yeah. ठीक है. And it's very good if one spouse is at very lower bracket and one is at the. So you can reinvest that money. बिल्कुल. 3 साल बाद money withdraw करा के, then again you can reinvest it. ठीक है जी. So that way we can make better use of RRSP. एक ਹੋਰ question है जी ਇਹਦੇ ਨਾਲ related, ਕਿ ਜਿਹੜੇ ਫਸਟ ਟਾਈਮ ਹੋਮ ਬਾਇਰ ਹੁੰਦੇ ਨੇ, ਕਿ ਉਹਨਾਂ ਨੂੰ ਵੀ RRSP ਦੇ ਵਿੱਚ ਕੰਟਰੀਬਿਊਸ਼ਨ ਕਰਕੇ ਕੋਈ ਬੈਨੀਫਿਟ ਮਿਲ ਸਕਦਾ? ਹਾਂਜੀ। ਫਸਟ ਟਾਈਮ ਹੋਮ ਬਾਇਰ ਚ 2020 ਚ ਗਵਰਨਮੈਂਟ ਨੇ ਲਿਮਿਟ ਵੀ ਇਨਕਰੀਜ਼ ਕਰਤੀ ਹੈ। ਠੀਕ ਹੈ ਜੀ। ਸੋ ਦੇ ਕੈਨ ਵਿਡਰਾਅ ਫਰੋਮ देयर ਅਕਾਊਂਟ $35,000। ਸੋ $35,000 ਐਂਡ ਪਰ ਪਰਸਨ। ਪਰ ਪਰਸਨ ਲਾਈਕ husband can take 35,000 and if the spouse is eligible, then other spouse can withdraw 35,000 ਅਗਰ ਉਹਨਾਂ ਨੇ ਜਮ੍ਹਾਂ ਕਰਾਏ ਹੋਏ ਨੇ। ਉਹਦਾ ਬੈਨੀਫਿਟ ਇਹ ਹੈ ਕਿ ਉਹ ਜਿਹੜਾ ਤੁਸੀਂ 70,000 ਲੈ ਲਿਆ, ਹਾਂਜੀ, ਉਸ ਸਾਲ ਚ ਉਹ ਟੈਕਸੇਬਲ ਇਨਕਮ ਨਹੀਂ ਬਣੇਗੀ। ਓ ਦੈਟਸ ਗੁੱਡ, ਰਾਈਟ। ਸੋ ਉਹ 70,000 ਨੂੰ ਤੁਸੀਂ ਡਾਊਨ ਪੇਮੈਂਟ ਜਾਂ ਕਿਸੇ ਵੀ ਤਰ੍ਹਾਂ ਨੂੰ ਯੂਜ਼ ਕਰ ਸਕਦੇ ਆ। ਔਰ 2 ਸਾਲ ਤੱਕ ਤੁਸੀਂ ਉਹਨੂੰ ਕੁਝ ਨਹੀਂ ਕਰਨਾ ਹੈਗਾ। 2 ਸਾਲ ਤੋਂ ਬਾਅਦ ਬਟ ਗਵਰਨਮੈਂਟ ਨੇ ਉਹਦੀ ਇੰਸਟਾਲਮੈਂਟ ਬਣਾ ਦੇਣੀ ਆ। ਉਹ ਇੰਸਟਾਲਮੈਂਟ ਦੀ ਅਮਾਊਂਟ ਤੁਹਾਡੇ ਨੋਟਿਸ ਆਫ ਅਸੈਸਮੈਂਟ ਤੋਂ ਤੁਹਾਨੂੰ ਮਿਲ ਜਾਏਗੀ। ਠੀਕ ਹੈ ਜੀ। ਨੋਟਿਸ ਆਫ ਅਸੈਸਮੈਂਟ ਤੋਂ ਵੀ ਦੇਖ ਸਕਦੇ ਹੋ ਤੁਸੀਂ। ਇਫ ਯੂ ਡੋਂਟ ਨੋ ਯੂ ਕੈਨ ਕਾਲ ਐਟ CRA 1-800-959-8281। ਸੋ ਯੂ ਕੈਨ ਪਿਕ ਦਾ ਨੰਬਰ ਫਰੋਮ CRA ਟੂ ਕਿ ਤੁਸੀਂ ਕਿੰਨੀ ਵਾਪਸ ਕਰਨੀ ਹੈ। ਔਰ CRA ਮੇਕ ਇਟ ਲਾਈਕ ਤੁਹਾਨੂੰ ਇਹ ਵਾਪਸ ਕਰਨੀ ਹੁੰਦੀ ਹੈ ਅਮਾਊਂਟ। ਅੱਛਾ ਜੀ। ਠੀਕ ਹੈ। ਇਹ ਅਮਾਊਂਟ ਤੁਸੀਂ 15 ਸਾਲ ਚ ਵਾਪਸ ਕਰਨੀ ਹੁੰਦੀ ਆ। ਠੀਕ ਹੈ। ਸੋ ਉਹ
ਇੰਸਟਾਲਮੈਂਟ ਉਹਦੇ ਅਕੋਰਡਿੰਗ ਫਿਕਸ ਕਰ ਦਿੰਦੇ ਆ ਤਾਂ ਕਿ ਤੁਸੀਂ ਉਹ 15 ਸਾਲ 'ਚ ਅਮਾਊਂਟ ਉਹ ਵਾਪਸ ਕਰ ਦਿਓ ਅਗੇਨ। ਸੋ ਇਹ ਅਮਾਊਂਟ ਜੇ ਤੁਸੀਂ ਜਲਦੀ ਵਾਪਸ ਕਰ ਸਕਦੇ ਆ ਤਾਂ ਤੁਸੀਂ ਜਲਦੀ ਵੀ ਵਾਪਸ ਕਰ ਸਕਦੇ ਠੀਕ ਹੈ, ਉਹਦਾ ਕੋਈ ਤੁਹਾਨੂੰ ਕੋਈ ਨੈਗੇਟਿਵ ਇੰਪੈਕਟ ਨਹੀਂ ਹੈ? ਨਹੀਂ, ਨੈਗੇਟਿਵ ਨਹੀਂ ਹੈਗਾ। ਜੋ ਮੈਨੂੰ ਗੱਲਬਾਤ ਤੋਂ ਸਹੀ ਤੋਂ ਲੱਗਿਆ ਜੀ ਕਿ ਜਿਹੜੇ ਫਸਟ ਟਾਈਮ ਹੋਮ ਬਾਇਰ ਨੇ ਉਹਨਾਂ ਨੂੰ ਸਭ ਤੋਂ ਵੱਧ ਬੈਨੀਫਿਟ ਹੋ ਸਕਦਾ ਇਹਦਾ, ਹੋ ਸਕਦਾ ਆ, ਹੈਨਾ, ਅਗਰ ਉਹ ਵੀ ਪ੍ਰੋਵਾਈਡਡ ਕਿ ਉਹਨਾਂ ਨੇ ਹਾਂਜੀ, ਜੇ ਉਹਨਾਂ ਕੋਲ ਸਫੀਸ਼ੀਐਂਟ ਅਮਾਉਂਟ ਕੰਟਰੀਬਿਊਸ਼ਨ ਹੋਣਗੀਆਂ ਤਾਂ ਬਿਲਕੁਲ, ਕਿਉਂਕਿ ਜੇ ਅਮਾਉਂਟ ਹੀ ਕੰਟਰੀਬਿਊਟ ਨਹੀਂ ਹੋਏਗਾ ਤਾਂ ਫਿਰ ਵਿਡਰੋਲ ਵੀ ਨਹੀਂ ਹੋਏਗੀ। ਬਿਲਕੁਲ ਬਿਲਕੁਲ। ਪਰ ਸਟਾਰਟਿੰਗ ਦੇ ਵਿੱਚ ਪਰ ਕਈ ਵਾਰੀ ਇਨਕਮ ਘੱਟ ਹੁੰਦੀ ਆ, ਪਰ ਸਟਿਲ ਦੈਟਸ ਨਾਟ ਅ ਬੈਡ ਆਈਡੀਆ ਜੇ ਤੁਸੀਂ ਥੋੜਾ ਥੋੜਾ ਪਾ ਕੇ ਤੁਸੀਂ ਕਈ ਵਾਰੀ ਇਨਫੋਰਮੇਸ਼ਨ ਦੀ ਘਾਟ ਹੁੰਦੀ ਹੈ। ਹਾਂਜੀ ਬਿਲਕੁਲ। ਸੋ ਤੁਸੀਂ ਕੰਟਰੀਬਿਊਟ ਕਰ ਸਕਦੇ ਆ, ਥੋੜਾ ਥੋੜਾ ਕੰਟਰੀਬਿਊਟ ਕਰਕੇ ਦੈਨ ਫਸਟ ਟਾਈਮ ਹੋਮ ਬਾਇਰ ਟਾਈਮ ਤੁਸੀਂ ਵਿਡਰੋ ਕਰ ਸਕਦੇ ਹੋ। ਬਿਲਕੁਲ। ਇੱਕ ਹੋਰ ਮੇਰਾ ਲਾਸਟ ਕੁਐਸਚਨ ਹੈ ਜੀ ਹਾਂਜੀ ਕਿ ਆਰਆਰਐਸਪੀ ਦਾ ਮੈਂ ਅਕਾਊਂਟ ਖੁਲਾ ਲਿਆ, ਅਗਰ ਰਿਟਾਇਰਮੈਂਟ ਦੇ ਕਰੀਬ ਜਾ ਕੇ ਮੈਂ ਵਿਡਰੋਲ ਕਰਨਾ ਮਨੀ, ਉਹਦਾ ਕੀ ਪ੍ਰੋਸੀਜਰ ਆ? ਔਰ ਇਨ ਕੇਸ ਅਗਰ ਕਿਸੇ ਨੇ ਆਰਆਰਐਸਪੀ ਕੰਟਰੀਬਿਊਟ ਕੀਤੀ ਹੋਈ ਆ, ਇਨ ਕੇਸ ਉਹਦੀ ਡੈਥ ਹੋ ਜਾਂਦੀ ਆ, ਉਸ ਸਿਨੈਰੀਓ ਦੇ ਵਿੱਚ ਜਿਹੜੀ ਇਹ ਕੰਟਰੀਬਿਊਸ਼ਨ ਆ ਜਾਂ ਜੋ ਮਨੀ ਜਨਰੇਟ ਹੋਈ ਹੈ ਉਹ ਕਿਵੇਂ ਡਿਸਟ੍ਰੀਬਿਊਟ ਹੁੰਦੀ ਹੈ? ਹਾਂਜੀ, ਸੋ ਵਾਈਲ ਰਿਟਾਇਰਿੰਗ ਇਹ RRSP converts into RRIF. ਠੀਕ ਹੈ ਜੀ। Then you have to withdraw certain money. ਠੀਕ ਹੈ। And ਜੇ by chance death ਹੋ ਜਾਂਦੀ ਹੈ that will be ਜਾਂ ਤਾਂ ਉਹ ਬੈਨੀਫੀਸ਼ੀਅਰੀ ਨੂੰ ਚਲਾ ਜਾਏਗਾ ਅਮਾਉਂਟ, ਅਗਰ ਤੁਸੀਂ ਕੋਈ ਬੈਨੀਫੀਸ਼ੀਅਰੀ ਉਹਦੇ ਵਿੱਚ ਕੋਈ ਵਿਲ ਹੈ ਹਾਂਜੀ whatever ਮੈਂਸ਼ਨਡ ਨਾ, ਅਗਰ ਬੈਨੀਫੀਸ਼ੀਅਰੀ ਨਹੀਂ ਜਾਂਦਾ ਤਾਂ ਉਹ ਸਾਰਾ ਅਮਾਉਂਟ ਕੰਟਰੀਬਿਊਟਰ ਦੀ ਐਸਟੇਟ 'ਚ ਚਲਾ ਜਾਏਗਾ। ਠੀਕ ਹੈ। ਔਰ ਐਸਟੇਟ ਦੇ ਵਿੱਚ ਉਹਨਾਂ ਦੀ ਯੈਸ ਉਹਦੀ ਲਾਸਟ ਟੈਕਸ ਰਿਟਰਨ ਦੇ ਵਿੱਚ ਉਹ ਠੀਕ ਹੈ ਟੈਕਸ ਟ੍ਰੀਟਮੈਂਟ ਹੋਏਗੀ ਉਹਦੀ, ਔਰ ਉਹਦੀ ਐਸਟੇਟ 'ਚ ਚਲਾ ਜਾਏਗਾ, ਉਹਦੇ ਅਕੋਰਡਿੰਗ ਫਿਰ ਉਹਦੀ ਡਿਸਟ੍ਰੀਬਿਊਸ਼ਨ ਹੋਏਗੀ। ਬਹੁਤ ਵਧੀਆ ਤੁਸੀਂ ਅੱਜ ਜਾਣਕਾਰੀ ਦਿੱਤੀ ਹੈ ਜੀ ਕਿ ਆਰਆਰਐਸਪੀ ਇੱਕ ਪ੍ਰੋਡਕਟ ਹੈ ਜੋ ਗਵਰਨਮੈਂਟ ਆਫ ਕੈਨੇਡਾ ਨੇ ਦਿੱਤਾ ਹੈ, ਉਹਦੇ ਕੀ ਬੈਨੀਫਿਟਸ ਨੇ ਔਰ ਕਿਹੜੇ ਖਾਸ ਲੋਕ ਨੇ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਵੀ ਜਿਹੜੇ ਫਸਟ ਟਾਈਮ ਹੋਮ ਬਾਇਰ ਉਹਨਾਂ ਨੂੰ ਕਾਫੀ ਬੈਨੀਫਿਟ ਹੋ ਸਕਦਾ, ਜਾਂ ਜਿਨ੍ਹਾਂ ਦੀ ਇਨਕਮ ਜਿਹੜੀ ਹੈ ਕਾਫੀ ਹਾਈ ਬ੍ਰੈਕਟ ਦੇ ਵਿੱਚ ਆਉਂਦੀ ਹੈ ਉਹਨਾਂ ਨੂੰ ਬੈਨੀਫਿਟ ਹੋ ਸਕਦਾ। ਹਾਂਜੀ, ਜੇ ਆਰਐਸਪੀ ਨੂੰ ਥੋੜਾ ਜਿਹਾ ਪਲਾਨ ਕਰਕੇ ਚੱਲਿਆ ਜਾਵੇ ਤਾਂ ਇਹਦੇ ਤੋਂ ਅਸੀਂ ਮੈਕਸਿਮਮ ਬੈਨੀਫਿਟ ਲੈ ਸਕਦੇ ਹਾਂ। ਬਿਲਕੁਲ। ਪਰ ਨੀਡ ਟੂ ਲਿਟਲ ਪਲਾਨ। ਬਿਲਕੁਲ। ਅਦਰਵਾਈਜ਼ ਅਦਰ ਲਾਸਸ ਵੀ ਹੈਗੇ ਆ। ਸੋ ਫਿਰ ਸਾਡੇ ਦੋਸਤ ਅਗਰ ਪਲਾਨ ਕਰ ਰਹੇ ਹੋਣ, ਕੋਈ ਜਾਣਕਾਰੀ ਲੈਣੀ ਹੋਵੇ ਤੁਹਾਡੇ ਕੋਲ ਆਰਆਰਐਸਪੀ ਦੇ ਸੰਬੰਧ ਦੇ ਵਿੱਚ, ਤੇ ਆਪਣਾ ਪਲੀਜ਼ ਫੋਨ ਨੰਬਰ ਤੇ ਇੱਕ ਵਾਰੀ ਤੁਹਾਡਾ ਜਿਹੜਾ ਐਡਰੈਸ ਆ ਦੁਬਾਰਾ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਦਿਓ ਜੀ। ਹਾਂਜੀ, ਸੋ ਮੇਰੀ ਕੰਪਨੀ ਦਾ ਨਾਮ EK Trehan and Company Ltd, ਕੰਪਨੀ ਦਾ ਐਡਰੈਸ ਹੈ 9235A 35 ਐਵਨਿਊ ਨਾਰਥ ਵੈਸਟ। ਤੁਸੀਂ ਮੈਨੂੰ ਕਦੇ ਵੀ ਈਮੇਲ ਕਰ ਸਕਦੇ ਆ mamta@ektrehan.com ਤੇ I am more available on email than phone call. ਬਿਲकुल. So phone number is 7804620991. So ਜਦੋਂ ਵੀ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਕਦੇ ਵੀ ਮੈਨੂੰ ਈਮੇਲ ਕਰ ਸਕਦੇ ਹੋ। ਬਿਲਕੁਲ। ਸੋ ਮਮਤਾ ਜੀ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਔਰ ਖਾਸ ਕਰਕੇ ਜਿਹੜਾ ਆਰਐਸਪੀ ਪ੍ਰੋਡਕਟ ਆ ਜਿਹਦੇ ਬਾਰੇ ਮੈਨੂੰ ਲੱਗਦਾ ਵੀ ਦਰਸ਼ਕਾਂ ਵਿੱਚ ਜਾਣਕਾਰੀ ਦੀ ਥੋੜੀ ਜਿਹੀ ਕਮੀ ਹੈ। ਹਾਂਜੀ, ਤੇ ਬਹੁਤ ਵਧੀਆ ਲੱਗਿਆ ਜੀ ਔਰ ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਵੀ ਇਹ ਜਾਣਕਾਰੀ ਜਿਹੜੀ ਆ ਇਹ ਪਸੰਦ ਆਈ ਹੋਵੇਗੀ ਔਰ ਡੈਫੀਨੇਟਲੀ ਅਗਰ ਉਹ ਕਿਸੇ ਤਰੀਕੇ ਨਾਲ ਆਰਐਸਪੀ ਬਾਰੇ ਸੋਚ ਰਹੇ ਆ ਤੇ ਇਹ ਜਾਣਕਾਰੀ ਦਾ ਲਾਹਾ ਲੈ ਸਕਣਗੇ। ਬਿਲਕੁਲ। ਸੋ ਆਪ ਜੀ ਦਾ ਇੱਕ ਵਾਰ ਤੋਂ ਬਹੁਤ ਧੰਨਵਾਦ। ਥੈਂਕ ਯੂ। ਸੋ ਇਹ ਸਨ AK Trehan and Company ਤੋਂ ਮਮਤਾ ਜੀ, ਜਿਨ੍ਹਾਂ ਨੇ ਆਰਆਰਐਸਪੀ ਨਾਲ ਰਿਲੇਟਡ ਜਾਣਕਾਰੀ ਤੁਹਾਡੇ ਤੱਕ ਪਹੁੰਚ ਕੀਤੀ ਔਰ ਆਸ ਕਰਦੇ ਹਾਂ ਕਿ ਤੁਸੀਂ ਜਦੋਂ ਵੀ ਇਨਵੈਸਟਮੈਂਟ ਬਾਰੇ ਸੋਚੋਗੇ ਇਹ ਜਿਹੜੀ ਜਾਣਕਾਰੀ ਆ ਤੁਹਾਡੇ ਲਈ ਲਾਹੇਵੰਦ ਹੋਵੇਗੀ ਔਰ ਅਸੀਂ ਫਿਊਚਰ ਦੇ ਵਿੱਚ ਹੋਰ ਵੱਖ-ਵੱਖ ਖੇਤਰਾਂ ਦੇ ਮਾਹਰਾਂ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਰਹਾਂਗੇ। ਮੈਨੂੰ ਮਨਜੀਤ ਸਿੰਘ ਫੇਰੂਮਾਨ ਨੂੰ ਐਡਮਿੰਟਨ ਸਟੂਡੀਓ ਤੋਂ ਦਿਓ ਜੀ ਇਜਾਜ਼ਤ। ਧੰਨਵਾਦ।